ਸੁਖਬੀਰ ਦੀ ਕਹਾਣੀ ਚੰਨ ਦੇ ਚਿਹਰੇ ਵਾਲੀ ਕੁੜੀ ਦਾ ਬਾਕੀ ਦਾ ਹਿੱਸਾ। ਮਿੰਨੀ ਉਹਦੀ ਜ਼ਿੰਦਗੀ ਦਾ ਜਿਵੇਂ ਕੇਂਦਰ ਸੀ। ਮਿੰਨੀ ਤੋਂ ਛੁੱਟ ਕੋਈ ਹੋਰ ਕੁੜੀ ਉਹਨੂੰ ਚੰਗੀ ਨਹੀਂ ਸੀ ਲੱਗਦੀ, ਨਾ ਹੀ ਕੋਈ ਮੁੰਡਾ ਚੰਗਾ ਲੱਗਦਾ ਸੀ। ਖਾਸ ਕਰ ਕਿਸੇ ਮੁੰਡੇ ਵੱਲ ਤਾਂ ਉਹਦਾ ਧਿਆਨ ਕਦੇ ਗਿਆ ਹੀ ਨਹੀਂ ਸੀ। ਜਦ ਕਦੇ ਕੁੜੀਆਂ ਜਮਾਤ 'ਚ ਮੁੰਡਿਆਂ ਬਾਰੇ ਗੱਲਾਂ ਕਰਦੀਆਂ ਤਾਂ ਉਹਨੂੰ ਉਹਨਾਂ ਗੱਲਾਂ 'ਚ ਸਵਾਦ ਨਾ ਆਉਂਦਾ, ਸਗੋਂ ਗੱਲਾਂ ਸੁਣ ਕੇ ਘਿਣ ਜਿਹੀ ਹੁੰਦੀ। ਮੁੰਡਿਆਂ 'ਚ ਉਹਨਾਂ ਕੁੜੀਆਂ ਦੀ ਦਿਲਚਸਪੀ ਵੇਖ ਕੇ ਹੈਰਾਨੀ ਹੁੰਦੀ ਅਤੇ ਇਸ ਗੱਲ ਦੀ ਖੁਸ਼ੀ ਹੁੰਦੀ ਕਿ ਉਸ ਵਾਂਗ ਹੀ ਮਿੰਨੀ ਨੇ ਵੀ ਕਦੇ ਕਿਸੇ ਮੁੰਡੇ 'ਚ ਦਿਲਚਸਪੀ ਨਹੀਂ ਸੀ ਵਿਖਾਈ ਅਤੇ ਨਾ ਹੀ ਕੁੜੀਆਂ ਵਾਂਗ ਮੁੰਡਿਆਂ ਬਾਰੇ ਸਵਾਦ ਲੈ ਲੈ ਕੇ ਗੱਲਾਂ ਕੀਤੀਆਂ ਸੀ। ਸੋ ਮਿੰਨੀ ਉਹਨੂੰ ਆਪਣੇ ਹੋਰ ਵੀ ਨੇੜੇ ਪ੍ਰਤੀਤ ਹੁੰਦੀ। ਉਹਦੀ ਅਤੇ ਮਿੰਨੀ ਦੀ ਇਹ ਜੋੜੀ ਵੇਖ ਕੇ ਜਮਾਤ ਦੇ ਮੁੰਡਿਆਂ ਕੁੜੀਆਂ ਨੂੰ ਹਮੇਸ਼ਾ ਹੈਰਾਨੀ ਹੁੰਦੀ। ਉਹਨਾਂ ਦੋਹਾਂ 'ਚ ਕਿਸੇ ਕਿਸਮ ਦੀ ਵੀ ਕੋਈ ਸਾਂਝੀ ਗੱਲ ਵਿਖਾਈ ਨਹੀਂ ਸੀ ਦਿੰਦੀ, ਜਿਵੇਂ ਸਰੀਰਕ ਤੌਰ 'ਤੇ ਉਹ ਇੱਕ ਦੂਜੇ ਦੇ ਬਿਲਕੁਲ ਉਲਟ ਸਨ। ਉਂਝੇ ਦਿਮਾਗੀ ਤੌਰ 'ਤੇ ਉਹਨਾਂ 'ਚ ਬੜਾ ਫਰਕ ਸੀ। ਮਿੰਨੀ ਜਿੰਨੀ ਸੋਹਣੀ ਅਤੇ ਸੁਬਕ ਸੀ, ਓਨੀ ਦਿਮਾਗ ਦੀ ਮੋਟੀ ਸੀ। ਜਮਾਤਾਂ 'ਚ ਮਸਾਂ ਹੀ ਪਾਸ ਹੁੰਦੀ। ਹਿਸਾਬ ਤਾਂ ਉਹਨੂੰ ਆਉਂਦਾ ਹੀ ਨਹੀਂ ਸੀ। ਲਿਖਾਵਟ ਇੰਨੀ ਭੈੜੀ ਸੀ ਕਿ ਯਕੀਨ ਹੀ ਨਹੀਂ ਸੀ ਆਉਂਦਾ ਕਿ ਉਹਦੇ ਇੰਨੇ ਸੋਹਣੇ ਅਤੇ ਕੂਲੇ ਹੱਥ ਦੀ ਲਿਖੀ ਹੋਈ ਹੋਏਗੀ। ਪਰ ਮਿੰਨੀ ਦੇ ਉਲਟ ਉਹ ਆਪ ਬੜੀ ਹੁਸ਼ਿਆਰ ਸੀ। ਲਗਭਗ ਹਰ ਵਿਸ਼ੇ 'ਚ ਸਭ ਤੋਂ ਵੱਧ ਨੰਬਰ ਲੈਂਦੀ, ਹਮੇਸ਼ਾ ਪਹਿਲੇ ਨੰਬਰ 'ਤੇ ਹੁੰਦੀ ਅਤੇ ਕਹਾਣੀਆਂ ਦੀਆਂ ਬੜੀਆਂ ਕਿਤਾਬਾਂ ਪੜ੍ਹਦੀ। ਉਹਨੂੰ ਅਣਗਿਣਤ ਕਹਾਣੀਆਂ ਜ਼ਬਾਨੀ ਚੇਤੇ ਸਨ। ਪਰੀਆਂ ਦੀਆਂ, ਭੂਤਾਂ ਪ੍ਰੇਤਾਂ ਦੀਆਂ, ਜੰਗਲੀ ਅਤੇ ਸਮੁੰਦਰੀ ਜਾਨਵਰਾਂ ਦੀਆਂ ਕਹਾਣੀਆਂ। ਕਦੇ ਜਮਾਤ 'ਚ ਉਹ ਕਿਸੇ ਮੌਕੇ 'ਤੇ ਪਰੀਆਂ ਦੀ ਕੋਈ ਕਹਾਣੀ ਸੁਣਾਉਂਦੀ ਤਾਂ ਵਿਦਿਆਰਥੀ ਜਿਵੇਂ ਕੀਲੇ ਹੋਏ ਬੈਠੇ ਸੁਣਦੇ ਰਹਿੰਦੇ। ਮੈਨੂੰ ਉਹਨਾਂ ਪਰੀਆਂ ਕਹਾਣੀਆਂ ਦੀ ਕੋਈ ਕੁੜੀ ਪ੍ਰਤੀਤ ਹੁੰਦੀ ਸੀ। ਪਰੀ ਲੋਕ ਤੋਂ ਆਈ ਹੋਈ ਕੁੜੀ ਜਾਪਦੀ ਸੀ ਅਤੇ ਉਸ ਬਾਰੇ ਜਦ ਵੀ ਸੋਚਦੀ ਪਰੀ ਲੋਕ 'ਚ ਪੁੱਜ ਜਾਂਦੀ। ਉਹਨੇ 8ਵੀਂ ਪਾਸ ਕੀਤੀ ਤਾਂ 2 ਮਹੀਨੇ ਦੀਆਂ ਛੁੱਟੀਆਂ 'ਚ ਆਪਣੇ ਮਾਂ ਪਿਓ ਨਾਲ ਕਸ਼ਮੀਰ ਚਲੀ ਗਈ। ਉਹਦਾ ਦਿਲ ਚਾਹੁੰਦਾ ਸੀ ਕਿ ਮਿੰਨੀ ਵੀ ਨਾਲ ਚੱਲੇ, ਪਰ ਇਹ ਸੰਭਵ ਨਹੀਂ ਸੀ। ਇਹ ਪਹਿਲਾ ਮੌਕਾ ਸੀ ਮਿੰਨੀ ਨਾਲੋਂ ਇੰਨੇ ਚਿਰ ਲਈ ਵਿਛੜ ਰਹੀ ਸੀ। ਇਸ ਬਾਰੇ ਸੋਚਦਿਆਂ ਕਿਸੇ ਵੇਲੇ ਉਹਦੇ ਦਿਲ 'ਚ ਹੌਲ ਜਿਹਾ ਉੱਠਦਾ, ਪਰ ਉਹਨੂੰ ਕਸ਼ਮੀਰ ਜਾਣ ਦਾ ਵੀ ਚਾਅ ਸੀ। ਕਸ਼ਮੀਰ ਤੋਂ ਪਰਤਣ 'ਤੇ ਉਹਨੇ ਸੁਣਿਆ ਕਿ ਮਿੰਨੀ ਦੀ ਮੰਗਣੀ ਹੋ ਗਈ ਸੀ। ਮਹੀਨੇ ਕੁ ਮਗਰੋਂ ਦਾ ਵਿਆਹ ਵੀ ਹੋ ਰਿਹਾ ਸੀ। ਉਹਨੇ ਪੜ੍ਹਾਈ ਛੱਡ ਦਿੱਤੀ ਸੀ। ਮਿੰਨੀ ਦਾ ਵਿਆਹ ਹੋ ਗਿਆ। ਉਹ ਸਹੁਰੇ ਚਲੀ ਗਈ। ਫਿਰ 3 ਮਹੀਨਿਆਂ 'ਚੋਂ ਪਰਤੀ। ਉਹਨੇ ਮਿੰਨੀ ਨੂੰ ਵੇਖਿਆ ਤਾਂ ਆਪਣੀਆਂ ਅੱਖਾਂ 'ਤੇ ਯਕੀਨ ਨਾ ਆਇਆ। ਉਹ ਬਿਲਕੁਲ ਇੱਕ ਨਵੀਂ ਮਿੰਨੀ ਜਾਪੀ। ਕਿੰਨੀ ਬਦਲ ਗਈ ਸੀ। ਪਹਿਲਾਂ ਵਾਲੀ ਉਹ ਛੋਟੀ ਜਿਹੀ ਕੁੜੀ ਰਹੀ ਨਹੀਂ ਸੀ। ਕੁੜੀ ਦੀ ਥਾਂ ਤੀਵੀਂ ਬਣ ਗਈ ਸੀ। ਉਹਦਾ ਕੱਦ ਨਿਕਲ ਆਇਆ ਸੀ, ਚਿਹਰਾ ਫੁੱਲ ਗਿਆ ਸੀ, ਸਰੀਰ ਭਰ ਗਿਆ ਸੀ। ਉਹ ਪਹਿਲੀ ਇਕਹਿਰੇ ਸਰੀਰ ਵਾਲੀ ਮਿੰਨੀ ਉਹਦੇ ਸਰੀਰ 'ਚ ਪਤਾ ਨਹੀਂ ਕਿੱਥੇ ਗਵਾਚ ਗਈ ਸੀ। ਉਹਦਾ ਉਹ ਮਾਸੂਮ ਜਿਹਾ ਚਿਹਰਾ ਵੀ ਹੁਣ ਨਹੀਂ ਸੀ ਰਿਹਾ। ਹੁਣ ਉਹਦੀਆਂ ਅੱਖਾਂ 'ਚ ਕੱਜਲ ਦੀਆਂ ਗੂੜ੍ਹੀਆਂ ਲਕੀਰਾਂ ਸਨ, ਬੁੱਲ੍ਹਾਂ 'ਤੇ ਸ਼ੋਖ ਲਿਪਸਟਿਕ, ਗੱਲਾਂ 'ਤੇ ਪਾਊਡਰ ਦੀ ਮੋਟੀ ਤਹਿ, ਉਸ 'ਚੋਂ ਝਾਕ ਰਹੇ ਸੁਰਖੀ ਦੇ 2 ਨਿਸ਼ਾਨ। ਮਿਲਣ 'ਤੇ ਮਿੰਨੀ ਨੇ ਉਹਨੂੰ ਬਾਹਾਂ 'ਚ ਲੈ ਕੇ ਆਪਣੇ ਨਾਲ ਘੁੱਟ ਲਿਆ। ਫਿਰ ਉਹਦੇ ਨਾਲ ਲੱਗ ਕੇ ਬੈਠ ਗਈ, ਗੱਲਾਂ ਕਰਨ ਲੱਗੀ। ਮਿੰਨੀ ਦੇ ਸਰੀਰ ਦੀ ਉਹ ਛੋਹ ਉਹਨੂੰ ਕੁਝ ਹੋਰ ਹੀ ਤਰ੍ਹਾਂ ਦੀ ਲੱਗੀ, ਪਰ ਉਹਦੇ ਸਰੀਰ ਤੋਂ ਨਜ਼ਰ ਨਾ ਹਟਾ ਸਕੀ। ਉਹਦੇ ਹਰ ਅੰਗ ਨੂੰ ਬੜੇ ਗੌਰ ਨਾਲ ਵੇਖਦੀ ਰਹੀ। ਫਿਰ ਗੱਲਾਂ ਕਰਦਿਆਂ ਜਦ ਮਿੰਨੀ ਨੇ ਕੁਝ ਸੰਕੋਚ ਨਾਲ ਪਰ ਨਾਲ ਹੀ ਚਸਕਾ ਲੈਂਦਿਆਂ ਆਪਣੇ ਪਤੀ ਨਾਲ ਬਿਤਾਈਆਂ ਰਾਤਾਂ ਦਾ ਜ਼ਿਕਰ ਕੀਤਾ, ਸੁਣਦਿਆਂ ਉਹਦੀਆਂ ਪੁੜਪੁੜੀਆਂ 'ਚ ਜਿਵੇਂ ਅੱਗ ਨਿਕਲਣ ਲੱਗੀ। ਨਾਲ ਹੀ ਉਹਨੂੰ ਜਾਪਿਆ ਕਿ ਉਹ ਕਹਿ ਕਰ ਦੇਵੇਗੀ। ਰਹਿ ਰਹਿ ਕੇ ਉਹਦਾ ਦਿਲ ਕੱਚਾ ਕੱਚਾ ਹੋ ਰਿਹਾ ਸੀ। ਉਸ ਵੇਲੇ ਮਿੰਨੀ ਉਹਨੂੰ ਚਿੱਕੜ ਦੀ ਬਣੀ ਹੋਈ ਪ੍ਰਤੀਤ ਹੋ ਰਹੀ ਸੀ। ਕੁਝ ਹੀ ਚਿਰ ਪਿੱਛੋਂ ਮਿੰਨੀ ਤੋਂ ਵਿਦਾ ਹੋ ਕੇ ਚਲੀ ਗਈ। ਉਸ ਪਿੱਛੋਂ ਉਹਨੂੰ ਨਹੀਂ ਮਿਲੀ। ਮਿੰਨੀ ਹਫ਼ਤਾ ਭਰ ਰਹਿ ਕੇ ਮੁੜ ਸਹੁਰੇ ਘਰ ਚਲੀ ਗਈ। ਜਿੰਨੀ ਦਿਨੀ ਉਹਨੇ 9ਵੀਂ ਪਾਸ ਕੀਤੀ, ਉਹਨੇ ਸੁਣਿਆ ਕਿ ਮਿੰਨੀ ਨੇ ਇਕੱਠੇ 2 ਬੱਚਿਆਂ ਨੂੰ ਜਨਮ ਦਿੱਤਾ ਹੈ। ਦੋਵੇਂ ਮੁੰਡੇ ਸਨ। ਉਹਨਾਂ 'ਚੋਂ ਇੱਕ ਮਰਿਆ ਹੋਇਆ ਜੰਮਿਆ ਅਤੇ ਦੂਜਾ ਮਰਦੇ ਮਰਦੇ ਮਸਾਂ ਬਚਿਆ ਸੀ। ਸੁਣ ਕੇ ਉਹਨੇ ਆਪਣੀ ਕਲਪਨਾ ਵਿੱਚ ਵੇਖਣ ਦਾ ਯਤਨ ਕੀਤਾ ਕਿ ਮਿੰਨੀ ਨੇ ਉਹਨਾਂ ਬੱਚਿਆਂ ਨੂੰ ਕਿਵੇਂ ਜਨਮ ਦਿੱਤਾ ਹੋਏਗਾ। ਤਦੇ ਉਹਦੇ ਢਿੱਡ 'ਚ ਅਜੀਬ ਜਿਹੀ ਹਿਲਜੁਲ ਹੋਈ ਅਤੇ ਉਹਨੂੰ ਬੜੇ ਜ਼ੋਰ ਦੀ ਕਹਿ ਆਈ। ਮਿੰਨੀ ਬਾਰੇ ਇਸ ਘਿਨਾਉਣੇ ਅਹਿਸਾਸ ਤੋਂ ਕੁਝ ਮਹੀਨਿਆਂ ਤੱਕ ਛੁਟਕਾਰਾ ਨਾ ਪਾ ਸਕੀ। ਫਿਰ ਮਿੰਨੀ ਉਹਨੂੰ ਬਹੁਤ ਦੂਰ ਹੋ ਗਈ ਜਾਪੀ ਅਤੇ ਉਹਦੀ ਥਾਂ ਸਕੂਲ ਦੇ ਦਿਨਾਂ ਦੀ ਮਿੰਨੀ ਉਹਨੂੰ ਵਿਖਾਈ ਦੇਣ ਲੱਗੀ। ਖਾਸ ਕਰ ਉਹਦਾ ਚਿਹਰਾ ਉਹਨੂੰ ਦਿਸਦਾ, ਜੋ ਇੰਨਾ ਸੋਹਣਾ ਧੋਤਾ ਨਿਖਰਿਆ ਗੋਰਾ ਚਿੱਟਾ ਚਿਹਰਾ ਸੀ ਕਿ ਉਹਨੂੰ ਹੱਥ ਲਾਉਣੋਂ ਡਰ ਲੱਗਦਾ ਸੀ। ਉਹਨੂੰ ਬਸ ਇੱਕ ਦੂਰੀ ਤੋਂ ਹੀ ਵੇਖਣਾ ਚੰਗਾ ਲੱਗਦਾ ਸੀ। ਮਿੰਨੀ ਤੋਂ ਬਾਅਦ ਕੋਈ ਹੋਰ ਕੁੜੀ ਉਹਦੇ ਨੇੜੇ ਨਾ ਆ ਸਕੀ। ਕਿਸੇ ਹੋਰ ਕੁੜੀ ਨਾਲ ਉਹਦਾ ਸੰਬੰਧ ਨਾ ਜੁੜ ਸਕਿਆ। ਤਦ ਉਹ ਇਕੱਲ 'ਚ ਜੀਣ ਲੱਗੀ। ਉਸ ਇਕੱਲ 'ਚ ਵਧੇਰੇ ਕਰਕੇ ਪਰੀਆਂ ਦੀ ਦੁਨੀਆ 'ਚ ਜਿਉਂਦੀ। ਉੱਥੇ ਉਹ ਆਪ ਵੀ ਇੱਕ ਪਰੀ ਬਣੀ ਹੁੰਦੀ, ਮਿੰਨੀ ਦੇ ਚਿਹਰੇ ਵਾਲੀ ਪਰੀ।
10ਵੀਂ 'ਚੋਂ ਮਸਾਂ ਪਾਸ ਹੋਈ। ਪੜ੍ਹਾਈ 'ਚ ਉਹਦੀ ਦਿਲਚਸਪੀ ਮੁੱਲੋਂ ਹੀ ਜਾਂਦੀ ਰਹੀ ਸੀ ਅਤੇ 10ਵੀਂ ਪਿੱਛੋਂ ਹੋਰ ਅੱਗੇ ਪੜ੍ਹਨ ਨੂੰ ਉਹਨੇ ਨਾਂਹ ਕਰ ਦਿੱਤੀ। ਮਾਂ ਪਿਓ ਨੇ ਬਹੁਤ ਕਿਹਾ ਪਰ ਉਹ ਮੰਨੀ ਨਹੀਂ। ਹੁਣ ਉਹਦੀ ਕੱਲ ਹੋਰ ਵੀ ਵੱਧ ਗਈ ਸੀ, ਹੋਰ ਵੀ ਡੂੰਘੀ ਹੋ ਗਈ ਸੀ। ਚੁਫੇਰੇ ਦੀ ਦੁਨੀਆ ਨਾਲੋਂ ਉਹਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਉਹ ਦੁਨੀਆ ਸੁਖਾਵੀਂ ਨਹੀਂ ਸੀ। ਉਸ ਦੁਨੀਆ 'ਚ ਰਹਿੰਦਿਆਂ ਉਹਨੂੰ ਆਪਣੇ ਚਿਹਰੇ ਦਾ ਖਿਆਲ ਆਉਂਦਾ। ਹਰ ਛਿਣ ਉਸ ਬਾਰੇ ਸੁਚੇਤ ਹੋ ਕੇ ਜਿਉਣਾ ਪੈਂਦਾ। ਉਹ ਨਜ਼ਰਾਂ ਜੋ ਉਹਨੂੰ ਵੇਖਦੀਆਂ ਸਨ ਅਤੇ ਉਹ ਨਜ਼ਰਾਂ ਜੋ ਉਸ ਵੱਲੋਂ ਲਾਪਰਵਾਹ ਸਨ, ਉਹ ਤੋਂ ਜਰੀਆਂ ਨਹੀਂ ਸੀ ਜਾਂਦੀਆਂ। ਸੋਈ ਕੱਲ੍ਹ 'ਚ ਰਹਿੰਦਿਆਂ ਹੀ ਉਹਨਾਂ ਨਜ਼ਰਾਂ ਤੋਂ ਬਚ ਸਕਦੀ ਸੀ। ਉੱਥੇ ਉਹਨੂੰ ਆਪਣੇ ਚਿਹਰੇ ਦਾ ਖਿਆਲ ਨਾ ਆਉਂਦਾ, ਕਿਉਂਕਿ ਉੱਥੇ ਉਹਨੂੰ ਹਮੇਸ਼ਾ ਮਿੰਨੀ ਦਾ ਚਿਹਰਾ ਵਿਖਾਈ ਦਿੰਦਾ। ਵਿਆਹ ਤੋਂ ਪਹਿਲਾਂ ਦੀ ਮਿੰਨੀ ਦਾ ਚਿਹਰਾ, ਅਤੇ ਉਹ ਚਿਹਰਾ ਉਹਨੂੰ ਆਪਣਾ ਚਿਹਰਾ ਲੱਗਦਾ। ਉਸ ਚਿਹਰੇ ਸਦਕਾ ਉਹਨੇ ਆਪਣੀ ਕੱਲ੍ਹ 'ਚ ਇੱਕ ਨਵੀਂ ਦੁਨੀਆ ਵਸਾਈ। ਉਹ ਬਹੁਤ ਸੁਖਾਵੀਂ ਦੁਨੀਆ ਸੀ, ਉਹਦੀ ਮਨ ਭਾਉਂਦੀ ਦੁਨੀਆ। ਉਹਨੂੰ ਰਾਸ ਆਈ। ਹੁਣ ਉਹ ਇੱਕ ਨਵੀਂ ਜ਼ਿੰਦਗੀ ਜਿਉਣ ਲੱਗੀ। ਕਦੇ ਉਹ ਇਕੱਲੀ ਬੈਠੀ ਆਪਣੇ ਆਪ ਨਾਲ ਗੱਲਾਂ ਕਰਦੀ, ਖੁਸ਼ ਹੁੰਦੀ, ਹੱਸਦੀ, ਗੁੰਮਸੁੰਮ ਬਣ ਜਾਂਦੀ। ਕਦੇ ਉਹ ਰੋਣ ਲੱਗਦੀ। ਉਨ੍ਹੀਂ ਦਿਨੀਂ ਉਹਨਾਂ ਦੀ ਬਸਤੀ 'ਚ ਇੱਕ ਕੁੜੀ ਦਾ ਵਿਆਹ ਹੋਇਆ। ਦਰਸ਼ੀ ਉਹਦਾ ਨਾਂ ਸੀ। ਉਹਦੇ ਘਰ ਵਾਲਿਆਂ ਦਾ ਉਹਨਾਂ ਦੇ ਘਰ ਆਉਣ ਜਾਣ ਸੀ। ਦਰਸ਼ੀ ਦੇ ਵਿਆਹ 'ਤੇ ਉਹਨੂੰ ਜਾਣਾ ਪਿਆ। ਜਦ ਲਾਵਾਂ ਹੋ ਗਈਆਂ ਤਾਂ ਉਹਨੂੰ ਦੌਰਾ ਪੈਣ ਲੱਗਾ। ਉਹਦੇ ਹੱਥ ਪੈਰ ਆਕੜ ਗਏ ਅਤੇ ਉਹ ਬੇਸੁਰਤ ਹੋ ਕੇ ਢਹਿ ਪਈ। ਫਿਰ ਊਲ ਜਲੂਲ ਬੋਲਣ ਲੱਗੀ, ਚੀਕਾਂ ਮਾਰਨ ਲੱਗੀ। ਉਹਨੂੰ ਘਰ ਲਿਆਂਦਾ ਗਿਆ। ਕੁਝ ਚਿਰ ਪਿੱਛੋਂ ਉਹਦੀ ਹਾਲਤ ਸੁਧਰੀ ਅਤੇ ਉਹਨੂੰ ਹੋਸ਼ ਆਈ। ਕੁਛ ਹੀ ਦਿਨਾਂ ਮਗਰੋਂ ਉਹਨੂੰ ਫੇਰ ਦੌਰਾ ਪਿਆ। ਉਹਨੇ ਆਪਣੇ ਸਿਰ ਦੇ ਵਾਲ ਪੁੱਟ ਸੁੱਟੇ, ਆਪਣਾ ਚਿਹਰਾ ਝਰੀਟ ਸੁੱਟਿਆ। 4 ਬੰਦਿਆਂ ਦੇ ਫੜਨ 'ਤੇ ਵੀ ਉਹ ਕਾਬੂ 'ਚ ਨਹੀਂ ਸੀ ਆ ਰਹੀ। ਅਖੀਰ ਉਹਨੂੰ ਮੰਜੇ 'ਤੇ ਲੰਮੀ ਪਾ ਕੇ ਬੰਨ੍ਹ ਦਿੱਤਾ ਗਿਆ। ਦੌਰੇ ਦਾ ਜ਼ੋਰ ਕੁਝ ਚਿਰ ਹੋਰ ਰਿਹਾ, ਫਿਰ ਉਹਦਾ ਸਰੀਰ ਢਿੱਲਾ ਪੈ ਗਿਆ। ਜਦੋਂ ਉਹਨੂੰ ਹੋਸ਼ ਆਈ ਤਾਂ ਆਪਣੇ ਆਪ ਨੂੰ ਮੰਜੇ ਨਾਲ ਬੱਝੀ ਵੇਖ ਕੇ ਬੜੀ ਹੈਰਾਨ ਹੋਈ। ਇਹ ਦੌਰਾ ਉਹਨੂੰ ਹਰ ਮਹੀਨੇ 1.5 ਮਹੀਨੇ ਪਿੱਛੋਂ ਪੈਣ ਲੱਗਾ। ਇਲਾਜ ਕਰਾਇਆ ਗਿਆ ਪਰ ਖਾਸ ਫਾਇਦਾ ਨਾ ਹੋਇਆ। ਤਦ ਮਾਂ ਪਿਓ ਨੇ ਉਹਦਾ ਵਿਆਹ ਕਰ ਦੇਣ ਦਾ ਫੈਸਲਾ ਕੀਤਾ। ਬੜੀ ਔਖਿਆਈ ਨਾਲ ਇੱਕ ਥਾਂ ਰਿਸ਼ਤੇ ਦੀ ਗੱਲ ਪੱਕੀ ਹੋਈ। ਜਦ ਮਾਂ ਨੇ ਉਸ ਕੋਲ ਇਸ ਰਿਸ਼ਤੇ ਦਾ ਜ਼ਿਕਰ ਕੀਤਾ, ਉਹਨੂੰ ਦੌਰਾ ਪੈਣ ਲੱਗਾ। ਉਸ ਪਿੱਛੋਂ ਜਦ ਵੀ ਰਿਸ਼ਤੇ ਦੀ ਗੱਲ ਛੇੜੀ ਜਾਂਦੀ, ਉਹਨੂੰ ਦੌਰਾ ਪੈਣ ਲੱਗਦਾ। 3 ਸਾਲ ਇਸ ਤਰ੍ਹਾਂ ਬੀਤ ਗਏ। ਘਰ 'ਚ ਰਹਿੰਦਿਆਂ ਉਹਨੇ ਆਪਣੇ ਆਪ ਨੂੰ ਮਾਂ ਪਿਓ ਤੋਂ ਵੱਖ ਕਰ ਲਿਆ ਸੀ। ਵਧੇਰੇ ਸਮਾਂ ਉਹ ਆਪਣੇ ਕਮਰੇ ਦੀ ਇਕੱਲ 'ਚ ਹੀ ਬਿਤਾਉਂਦੀ। ਹੁਣ ਕਦੇ-ਕਦੇ ਉਹਨੂੰ ਦੌਰਾ ਪੈਂਦਾ, ਬਸ ਮਾਮੂਲੀ ਜਿਹਾ ਦੌਰਾ। ਉਹ ਵੀ ਤਦ ਪੈਂਦਾ ਜਦ ਮਾਂ ਪਿਓ ਉਹਦੀ ਜ਼ਿੰਦਗੀ 'ਚ ਕਿਸੇ ਕਿਸਮ ਦਾ ਦਖਲ ਦਿੰਦੇ ਜਾਂ ਉਹਦੇ ਨੇੜੇ ਹੋਣ ਦਾ ਯਤਨ ਕਰਦੇ। ਉਹਨਾਂ ਦੀ ਨੇੜਤਾ ਜਾਂ ਪਿਆਰ ਭਰਿਆ ਸਲੂਕ ਉਹਦੇ ਅੰਦਰ ਜਿਵੇਂ ਤੂਫਾਨ ਪੈਦਾ ਕਰ ਦਿੰਦਾ। ਉਹ ਤੋਂ ਸੰਭਲਿਆ ਨਾ ਜਾਂਦਾ। ਇੱਕ ਵਾਰੀ ਉਹਨਾਂ ਦੀ ਰਿਸ਼ਤੇਦਾਰੀ 'ਚ ਇੱਕ ਵਿਆਹ ਆਇਆ। ਉਹਦੇ ਮਾਂ ਪਿਓ ਨੂੰ ਕੁਝ ਦਿਨਾਂ ਲਈ ਉੱਥੇ ਜਾਣਾ ਪਿਆ। ਉਹਨਾਂ ਨਾਲ ਨਹੀਂ ਗਈ। ਮਾਂ ਪਿਓ ਨੇ ਵੀ ਉਹਨੂੰ ਨਾਲ ਲੈ ਕੇ ਜਾਣਾ ਠੀਕ ਨਹੀਂ ਸਮਝਿਆ। ਇਹ ਪਿਛਲਾ ਵਰ੍ਹਾ ਬਹੁਤ ਚੰਗਾ ਬੀਤਿਆ ਸੀ। ਉਹਨੂੰ ਦੌਰਾ ਨਹੀਂ ਸੀ ਪਿਆ। ਡਾਕਟਰਾਂ ਨੇ ਵੀ ਕਿਹਾ ਸੀ ਵੀ ਕੁਝ ਅਰਸੇ ਲਈ ਉਹਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਿੱਤੀ ਜਾਏ, ਉਸ 'ਚ ਕਿਸੇ ਕਿਸਮ ਦਾ ਵਿਘਨ ਨਾ ਪਾਇਆ ਜਾਏ। ਮਾਂ ਪਿਓ ਨੂੰ ਗਿਆ ਹਾਲੇ 3 ਹੀ ਦਿਨ ਹੋਏ ਸੀ ਕਿ ਇੱਕ ਰਾਤ ਉਹਨੇ ਸੁਪਨੇ 'ਚ ਚੰਦ ਦੇ ਚਿਹਰੇ ਵਾਲੀ ਕੁੜੀ ਵੇਖੀ। ਫਿਰ ਵੇਖਿਆ ਕਿ ਉਹ ਕੁੜੀ ਉਹ ਆਪ ਸੀ। ਉਹ ਆਦਮ ਕੱਦ ਸ਼ੀਸ਼ੇ ਸਾਹਮਣੇ ਖੜੀ ਦੇਰ ਤਾਈਂ ਆਪਣੇ ਚਿਹਰੇ ਨੂੰ ਵੇਖਦੀ ਰਹੀ, ਜੋ ਉਹਨੂੰ ਬੜੇ ਕੂਲੇ ਨਕਸ਼ਾਂ ਵਾਲਾ ਚੰਨ ਪ੍ਰਤੀਤ ਹੋ ਰਿਹਾ ਸੀ। ਉਹਨੇ ਮੁੜ-ਮੁੜ ਆਪਣੇ ਨਕਸ਼ਾਂ ਨੂੰ ਛੋਹਿਆ। ਉਹਨਾਂ ਨਕਸ਼ਾਂ 'ਚੋਂ ਚਾਨਣੀ ਫੁੱਟ ਰਹੀ ਸੀ ਅਤੇ ਉਹ ਚਾਨਣੀ ਸ਼ੀਸ਼ੇ 'ਤੇ ਪੈ ਰਹੀ ਸੀ। ਕੁਝ ਚਿਰ ਪਿੱਛੋਂ ਨਹਾਉਣ ਲਈ ਚਲੀ ਗਈ। ਅੱਜ ਨਹਾਉਣ 'ਚ ਇੱਕ ਵੱਖਰਾ ਹੀ ਸੁਆਦ ਆ ਰਿਹਾ ਸੀ। ਨਹਾ ਕੇ ਉਹ ਫਿਰ ਸ਼ੀਸ਼ੇ ਸਾਹਮਣੇ ਆਈ। ਉਹਦਾ ਚਿਹਰਾ ਹੋਰ ਵੀ ਨਿੱਖਰ ਆਇਆ ਸੀ, ਜਿਵੇਂ ਮੀਂਹ ਪੈ ਚੁੱਕਣ ਪਿੱਛੋਂ ਨਿੰਮਲ ਅਸਮਾਨ 'ਚ ਚੰਨ ਬੜਾ ਨਿਖਰਿਆ ਦਿਸਦਾ। ਉਹਨੇ ਆਪਣੇ ਸਭ ਤੋਂ ਸੋਹਣੇ ਕੱਪੜੇ ਪਾਏ, ਫਿਰ ਵਾਲ ਸੰਵਾਰੇ, ਚਿਹਰੇ 'ਤੇ ਕਰੀਮ ਮਲੀ, ਅੱਖਾਂ 'ਚ ਕੱਜਲ ਪਾਇਆ। ਤਦ ਉਹਨੂੰ ਖਿਆਲ ਆਇਆ ਵੀ ਕਿਸੇ ਦੀ ਨਜ਼ਰ ਨਾ ਲੱਗ ਜਾਏ, ਸੋ ਉਹਨੇ ਮੱਥੇ 'ਤੇ ਇੱਕ ਪਾਸੇ ਜੇ ਕਰਕੇ ਵਾਲਾਂ ਕੋਲ ਕੱਜਲ ਦਾ ਦਾਗ ਲਗਾਇਆ। ਜਦੋਂ ਪੂਰੀ ਤਰ੍ਹਾਂ ਤਿਆਰ ਹੋ ਗਈ ਤਾਂ ਘਰੋਂ ਨਿਕਲੀ। ਬਾਹਰ ਨਿਕਲਦਿਆਂ ਹੀ ਉਹਨੇ ਸਾਹਮਣੇ ਘਰ ਦੀ ਤੀਵੀਂ ਨੂੰ ਆਪਣੇ ਵੱਲ ਤੱਕਦਿਆਂ ਵੇਖਿਆ। ਉਹਦਾ ਚਿਹਰਾ ਖੁਸ਼ੀ ਨਾਲ ਚਮਕ ਉੱਠਿਆ। ਉਹਦੇ ਬੁੱਲ੍ਹਾਂ 'ਤੇ ਮੁਸਕਰਾਹਟ ਆਈ। ਹਾਂ, ਲੋਕ ਉਹਨੂੰ ਵੇਖ ਰਹੇ ਹਨ, ਉਹਨੇ ਸੋਚਿਆ। ਅਤੇ ਜਦੋਂ ਸੜਕ 'ਤੇ ਜਾ ਕੇ ਬਾਜ਼ਾਰ ਵੱਲ ਤੁਰ ਪਈ ਤਾਂ ਉਹਨੇ ਕਈ ਅੱਖਾਂ ਆਪਣੀ ਵੱਲ ਵੇਖ ਰਹੀਆਂ ਮਹਿਸੂਸ ਕੀਤੀਆਂ। ਉਹਨੂੰ ਕੁਝ ਘਬਰਾਹਟ ਜਿਹੀ ਹੋਈ। ਉਹਨੇ ਸੰਕੋਚ ਮਹਿਸੂਸ ਕੀਤਾ, ਪਰ ਉਹਨੂੰ ਪਤਾ ਸੀ ਵੀ ਲੋਕ ਉਹਨੂੰ ਭੈੜੀਆਂ ਨਜ਼ਰਾਂ ਨਾਲ ਨਹੀਂ, ਸਗੋਂ ਹੈਰਾਨੀ ਤੇ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ, ਜਿਵੇਂ ਸੋਚ ਰਹੇ ਹੋਣ ਕਿ ਇਹ ਚੰਨ ਦੇ ਚਿਹਰੇ ਵਾਲੀ ਕੁੜੀ ਕੌਣ ਹੈ, ਕਿੱਥੋਂ ਆਈ ਹੈ। ਧੰਨਵਾਦ। ਸਮਾਪਤ।